आजकल शाह बाबा जो हैं वो काफ़ी मसरूफ़ हैं, काफ़ी ज़्यादा। तो उनकी मसरूफियत की वजह से कोई हंसी मजाक के सेशन भी नहीं चल रहे। वो आते हैं इतने थके हुए। मैंने कहा ज़रा इसको ठीक करूँ, ये बड़ा ही ज़रा फूसू भाव है। हाय हाय, क्या हुआ भैया तुझे, इतना फूस क्यों हो गया? आपको ठीक हुआ है शायद। कई ना बड़े लंबे लंबे से हैं, वाइट्स जो हैं वो बहुत लंबे हैं, और ग्रीन ये पिंक जो हैं ये ज़रा कम है। लेकिन चलता है, सारा कुछ चलता है इधर इस दुनिया में। मैंने कहा कि पहले ज़रा आपसे गपशप लगा ली जाए, फिर बैठेंगे, कोई देखेंगे क्या हो रहा है क्या नहीं हो रहा। भाई लेके जाती हूँ आपको बैग यार्ड की तरफ। बारिश हुई है इस सुबह के टाइम, ये देखें, और हबस इतना है आज, इतना हबस है कि आप सोच नहीं सकते। ओए होए, ये कौन खोल के चला गया भाई? है इधर कौन आया? तो खोल खाल के हमारा घर चला गया। हमने तो कभी वैसे ये खोला नहीं है, ये कौन खोल कर चला गया? शायद कोई आया हो। ये डंडा हम लगाते हैं ना, डंडा पहचान है हमारी। आज गार्बेज डे है, इसलिए गार्बेज के डब्बे बाइक गए उन्हें। उसका पता नहीं क्या मसला हो गया, छिटकनी से जो है ना वो ख़राब हुई है कि क्या है। लें जी, खूबसूरत दिन, खूबसूरत ग्रीनरी, अल्लाह पाक की रहमतें, अल्लाह पाक की बरकतें, शुक्र अल्हम्दुलिल्लाह या रब्बुल आलमीन। अस्सलामुअलैकुम जी, सोने सज्जन मित्रों ते सजनियों, प्यारियो प्यारियो ते फुल जड़ियो ते मेरियो मक्खनियों ते मेरियो कटोरियो। कैसे हो? ठीक ठाक हो? खुश रहो जिते भी हो। अल्लाह ताला तुहानू खुशियां दवे, आबाद रहो अपने बच्चों दे नाल, अपने फैमिलीज़ दे नाल, अपने वालदैन दे नाल, बहन भाइयों दे नाल आबाद रहो, खुश रहो। अल्लाह ताला तुहानू खुशियां ढेरों दियां ढेरों देन रब्बुल आलमीन। और जिथे भी रहो बस खुश रहो जी। शाइना सदी दुआवां तुहाडे नाल ने, क्योंकि दुआ देना एक बड़ी अच्छी गल होंदी है। हमेशा दुआवां दवो एक दूसरे नू, अपने लिए भी खैर मंगो, क्योंकि रब सोना जिहड़ा वे ओह खैरां पांदा है, जिहड़ा दूसरियां लियां खैरां वंडदा भी है ते खैरां दियां दुआवां भी दिंदा है। खैरां वंडनियां इस तरह ने, उन्हां दी हैल्प करो, उन्हां लई आसानियां पैदा करो, छोटियां छोटियां गल्लां ते नाराज़ ना होवो, और ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਨਾਰਾਜ਼ਗੀ ਹੋ ਜਾਂਦੀ ਹੈ, ਇਨਸਾਨ ਆ, ਬੰਦਾ ਬਸ਼ਰ ਆ। ਇਸ ਤਰ੍ਹਾਂ ਤਾਂ ਨਹੀਂ ਕਿ ਅਸੀਂ ਫਰਿਸ਼ਤੇ ਹਾਂ, ਫਰਿਸ਼ਤੇ ਤਾਂ ਨਹੀਂ ਹੈਗੇ ਅਸੀਂ, ਹੈਗੇ ਤਾਂ ਅਸੀਂ ਇਨਸਾਨ ਹੀ ਹਾਂ। ਅਤੇ ਸਾਡੇ ਅੰਦਰ ਖੁਸ਼ੀ ਦਾ ਐਲੀਮੈਂਟ ਵੀ ਹੈ, ਗਮ ਦਾ ਵੀ, ਦੁੱਖ ਦਾ ਵੀ, ਗੁੱਸੇ ਦਾ ਵੀ, ਨਫ਼ਰਤ ਦਾ ਵੀ, ਮੁਹੱਬਤ ਦਾ ਵੀ। ਅਤੇ ਇਸ ਲਈ ਇਹ ਮੈਂ ਨਹੀਂ ਤੁਹਾਨੂੰ ਕਹਿੰਦੀ ਕਿ ਤੁਸੀਂ ਗੁੱਸੇ ਨਾ ਕਰੋ। ਗੁੱਸਾ ਆਉਂਦਾ ਹੈ, ਬਹੁਤ ਆਉਂਦਾ ਹੈ, ਲੇਕਿਨ ਗੁੱਸੇ ਨੂੰ ਫਿਰ ਸੋਲਵ ਵੀ ਕਰੋ। ਉਹ ਨਫ਼ਰਤ ਨਾ ਬਣਾ ਲਵੋ, ਉਹਨੂੰ ਆਪਣੇ ਦਿਲ ਦਾ ਮਰਜ਼ ਨਾ ਬਣਾ ਲਵੋ, ਉਹਨੂੰ ਬਿਮਾਰੀ ਨਾ ਬਣਾ ਲਵੋ। ਹੁਣ ਕੋਸ਼ਿਸ਼ ਕਰੋ ਕਿ ਉਹਨੂੰ ਸੋਲਵ ਕਰੀਏ, ਤਾਂ ਕਿ ਇਹ ਗੁੱਸੇ ਦੀ ਜਿਹੜੀ ਬਿਮਾਰੀ ਹੈ ਉਹ ਜ਼ਿਆਦਾ ਸ਼ਦੀਦ ਨਾ ਹੋ ਜਾਏ। ਬਹਿਰਹਾਲ ਇਸ ਤਰ੍ਹਾਂ ਸਿਲਸਿਲੇ ਚੱਲਦੇ ਰਹਿੰਦੇ ਨੇ। ਅੱਜ ਮੈਂ ਸੁਬਾਹ ਹੀ ਇਹ ਗੱਲ ਕਰ ਲਵਾਂ ਕਿ ਸਭ ਤੋਂ ਪਹਿਲੇ ਤਾਂ ਤੁਸੀਂ ਵਲੌਗ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਸ਼ੇਅਰ ਕਰਨਾ ਬੜਾ ਜ਼ਰੂਰੀ ਹੈ, ਕਿਉਂਕਿ ਸਾਡੇ ਵਿਊਵਰਸ ਦੀ ਤਾਦਾਦ ਘੱਟ ਹੈ ਦੂਸਰਿਆਂ ਦੀ ਨਿਸਬਤ। ਅਤੇ ਜਦ ਸਾਡੇ ਇੰਨੇ ਪਿਆਰੇ ਵਿਊਵਰਸ ਹੋਣ, ਇੰਨੀ ਪਿਆਰੀ ਫੈਮਿਲੀ ਹੋਵੇ ਸ਼ਾਹੀਨਾ ਦੀ ਵਲੌਗ ਫੈਮਿਲੀ, ਅਤੇ ਫਿਰ ਉੱਥੇ ਕਿਸ ਤਰ੍ਹਾਂ ਹੋ ਸਕਦਾ ਕਿ ਸਾਡੇ ਵਿਊਵਰਸ ਦੀ ਕਮੀ ਹੋਵੇ? ਇਹ ਤਾਂ ਨਹੀਂ ਹੋਣਾ ਚਾਹੀਦਾ। ਅਤੇ ਇਸ ਲਈ ਤੁਹਾਡੇ ਤੋਂ ਇਹੋ ਹੀ ਮੈਂ ਇਲਤਮਾਸ ਕਰਨੀ ਆ, ਰਿਕੁਐਸਟ ਕਰਨੀ ਆ ਕਿ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਔਰ ਕਮੈਂਟਸ ਜ਼ਰੂਰ ਕੀਆ ਕਰੋ। ਤੁਹਾਡੀਆਂ ਗੱਲਾਂ ਮੈਂ ਪੜ੍ਹਨੀਆਂ ਔਰ ਮੈਂ ਲਾਈਕ ਕਰਨੀਆਂ। ਔਰ ਤੁਹਾਨੂੰ ਪਤਾ ਹੈ ਆਪਣਾ ਦਿਲ ਦੀਆਂ ਗੱਲਾਂ ਦਿਲ ਦੇ ਨਾਲ ਸਵੀਕਾਰ ਕਰਨੀਆਂ, ਤੁਹਾਨੂੰ ਪਤਾ ਹੀ ਹੈ ਚੀਜ਼ ਦਾ। ਅਤੇ ਇਸ ਲਈ
ਤੁਸੀਂ ਅੱਛੇ ਅੱਛੇ ਕਮੈਂਟਸ ਕਰੋ ਅਤੇ ਨਾਲ ਤੁਸੀਂ ਜੋ ਵੀ ਦਿਲੀ ਗੱਲ ਆਵੇ ਉਹ ਵੀ ਲਿਖ ਸਕਦੇ ਹੋ। ਸ਼ਹੀਨਾ ਅਸਦ ਵੱਲੋਂ ਤੁਹਾਨੂੰ ਕੋਈ ਮਮਾਨਤ ਨਹੀਂ, ਕਿਉਂਕਿ ਮੈਂ ਸਮਝਦੀ ਹਾਂ ਇਨਸਾਨ ਸਿਰਫ ਤਾਰੀਫਾਂ ਹੀ ਨਹੀਂ ਕਰਦਾ, ਹੁਣ ਬਹੁਤ ਸੀਆਂ ਚੀਜ਼ਾਂ ਜਿਹੜੀਆਂ ਗਲਤ ਲੱਗਦੀਆਂ ਉਹਨੂੰ ਉਹ ਮੈਂਸ਼ਨ ਵੀ ਕਰ ਸਕਦਾ, ਅਤੇ ਤੁਸੀਂ ਜ਼ਰੂਰ ਮੈਂਸ਼ਨ ਕਰੋ, ਲੇਕਿਨ ਕਮੈਂਟ ਜ਼ਰੂਰ ਲਿਖਾ ਕਰੋ, ਜ਼ਰੂਰ ਤੁਸੀਂ ਆਪਣਾ ਇਜ਼ਹਾਰ ਕੀਆ ਕਰੋ। ਹਾਂ, ਸਾਡੀ ਇੱਕ ਬਹੁਤ ਹੀ ਪਿਆਰੀ ਜੀ ਵਿਊਵਰਸ ਹੈ, ਉਹ USA ਰਹਿੰਦੇ ਨੇ, ਔਰ USA ਤੋਂ ਉਹ ਮੇਰਾ ਖਿਆਲ ਹੈ ਟੋਰੰਟੋ ਆ ਰਹੇ ਨੇ ਜਾਂ ਆ ਗਏ ਨੇ। ਮੈਂ ਉਹਨਾਂ ਨਾਲ ਇਲਤਮਾਸ ਕਰਾਂਗੀ, ਅਗਰ ਉਹ ਮੇਰਾ ਇਸ ਵਕਤ ਵਲੋਗ ਸੁਣ ਰਹੇ ਨੇ, ਕਿ ਉਹ ਜਿਹੜੇ ਨੇ ਉਹ ਮਨ ਮਿਲਣਾ ਚਾਹੁੰਦੇ ਨੇ, ਉਹ ਜ਼ਰੂਰ ਮਿਲਣ। ਉਹਨਾਂ ਨੂੰ ਮੈਂ ਸਭ ਐਡਰੈਸ ਵੀ ਦੇਵਾਂਗੀ, ਏਰੀਆ ਵੀ ਦੱਸਾਂਗੀ, ਅਤੇ ਪਲੀਜ਼ ਤੁਸੀਂ ਕਾਈਂਡਲੀ ਮੇਰੇ ਜਿਹੜੇ ਫੇਸਬੁੱਕ ਵਿੱਚ ਜਾਓ ਜਾਂ ਤੁਸੀਂ ਮੇਰੇ ਉੱਥੇ ਜਾਓ ਇੰਸਟਾਗ੍ਰਾਮ ਵਿੱਚ, ਉੱਥੇ ਜਾ ਕੇ ਤੁਸੀਂ ਲਿਖੋ ਮੈਨੂੰ, ਅਤੇ ਮੈਂ ਤੁਹਾਨੂੰ ਉਹਦੇ ਜਵਾਬ ਦੇਵਾਂਗੀ। ਇਸੇ ਤਰ੍ਹਾਂ ਮੈਂ ਦੂਸਰੇ ਸਾਰੇ ਆਪਣੇ ਪਿਆਰੇ ਸੱਜਣ ਮਿੱਤਰ ਸੱਜਣੀਆਂ ਨੂੰ ਕਹਿੰਦੀ ਹਾਂ, ਜੋ ਵੀ ਕਿਸੇ ਕਿਸਮ ਦੀ ਵੀ ਕੋਈ ਸੀਕਰਟ ਗੱਲ ਕਰਨਾ ਚਾਹੁੰਦਾ, ਸੀਕਰਟ ਨਹੀਂ ਮਤਲਬ ਕੋਈ ਆਪਣੀ ਪਰਸਨਲ ਕੋਈ ਗੱਲਬਾਤ ਕਰਨਾ ਚਾਹੁੰਦਾ ਹੈ, ਜਾਂ ਕੋਈ ਮੁਲਾਕਾਤ ਦਾ ਸਬਬ ਬਣਾਉਣਾ ਚਾਹੁੰਦਾ ਹੈ, ਜਾਂ ਕੋਈ ਐਡਵਰਟਾਈਜ਼ਿੰਗ ਕਰਨਾ ਚਾਹੁੰਦਾ ਹੈ ਆਪਣੇ ਕਿਸੇ ਮਾਲ ਦੀ ਕਿਸੇ ਚੀਜ਼ ਦੀ, ਅਤੇ ਉਹ ਜ਼ਰੂਰ ਜ਼ਰੂਰ ਇਹ ਕੋਈ ਤਰੀਕਾਕਾਰ ਇਸਤੇਮਾਲ ਕਰੇ ਕਿ ਉਹ ਜਿਹੜਾ ਸਾਡਾ ਇੰਸਟਾਗ੍ਰਾਮ ਔਰ ਫੇਸਬੁੱਕ 'ਤੇ ਸਾਡੇ ਨੰਬਰ ਹੈਗੇ ਨੇ, ਉੱਥੇ ਜਾ ਕੇ ਉਹਦੇ ਵਿੱਚ ਇਜ਼ਹਾਰ ਕਰ ਸਕਦੇ ਨੇ, ਤੁਹਾਨੂੰ ਜਵਾਬ ਜ਼ਰੂਰ ਮਿਲੇਗਾ। ਅੱਛਾ ਜੀ, ਬਸ ਇਹ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਕਰਦੇ ਰਹਿੰਦੇ ਹਾਂ। ਤੁਸੀਂ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਰਿਹਾ ਕਰੋ, ਦਿਲ ਖੁਸ਼ ਰਹਿੰਦਾ। ਬਾਹਰ ਦੇ ਮੌਸਮ ਜਦੋਂ ਖੂਬਸੂਰਤ ਹੋਣ ਅਤੇ ਅਗਰ ਅੰਦਰ ਦਾ ਮੌਸਮ ਅੱਛਾ ਨਾ ਹੋਵੇ, ਤਾਂ ਤੁਸੀਂ ਯਕੀਨ ਜਾਣੋ ਕਿ ਜਿਹੜਾ ਵੇ ਫਿਰ ਤੁਹਾਨੂੰ ਬਾਹਰ ਦੇ ਮੌਸਮ ਵੀ ਚੰਗੇ ਨਹੀਂ ਲੱਗਦੇ। ਅੰਦਰ ਦੇ ਮੌਸਮ ਇਨਸਾਨ ਦੇ ਜਿਹੜੇ ਨੇ ਉਹ ਬਾਹਰ ਦੇ ਮੌਸਮ 'ਤੇ ਵੀ ਅਸਰ ਕਰਦੇ ਨੇ, लेकिन मैं देखा कि सम टाइम जो है ना वो बाहर का मौसम आपके दिल को कुछ थोड़ा सा बहला देता है, थोड़ा सा। लेकिन अगर ज़्यादा आप किसी तकलीफ़ में हैं या किसी रंज में हैं या किसी सोच में हैं या किसी परेशानी में हैं, तो फिर बाहर का मौसम भी आप पे असर नहीं करता। अंदर के मौसमां नूं अपनिਆਂ ਨੂੰ ਅਸੀਂ ਦੇਖਣਾ ਹੈ ਕਿ ਸਾਡੇ ਅੰਦਰ ਦੇ ਮੌਸਮ ਕੀ ਖੋਜੇ ਨੇ। ਆਪਣੇ ਮੌਸਮਾਂ ਨੂੰ ਜਿਹੜਾ ਨਾ ਪਿੰਕ ਕਰ ਲਵੋ। ਦੇਖੋ ਕਿੰਨਾ ਪਿੰਕ ਹੋ ਰਿਹਾ ਸਾਰਾ ਕੁਛ ਇੱਥੇ। ਉਹ ਵਿਚਾਰੇ ਥੱਲੇ ਡਿੱਗੇ ਪੈ ਜੇ, ਹਾਏ ਹਾਏ, ਉਹ ਤਾਂ ਮੇਰੀ ਟਹਿਣੀ ਵਿਚਾਰੀ ਸ਼ਹੀਦ ਹੋ ਗਈ ਜੇ। ਉਹ ਥੱਲੇ ਹੀ ਜਦ ਡਿੱਗ ਗਈ ਹੈ ਤਾਂ ਫਿਰ ਸ਼ਹਾਦਤ ਦਾ ਰੁਤਬਾ ਹੀ ਪਾ ਗਈ ਹੈ ਨਾ, ਖੁਦ ਦੱਸੋ ਮਨ ਤੁਸੀਂ। ਪਰ ਇਹ ਫੁੱਲ ਜਿਹਨੇ ਨੇ ਇਹ ਮੈਂ ਵਿਛੜ ਆਏ ਨੇ, ਉਹ ਵੇਖੋ ਨਾ, ਇੱਕ ਤਾਂ ਇਹ ਕੋਈ ਸਾਨੂੰ ਪਿੱਛੇ ਪੈ ਗਈ ਹੈ ਸਾਡੇ, ਇਹ ਬੇਲ ਜੇ, ਇਹ ਬੇਲ ਬੜੀ ਚਵਲ ਪਿੱਛੇ ਪੈ ਗਈ ਹੈ। ਬਾਰਬੀਕਿਊ ਵੀ ਕਰਨੀ ਆ ਅੱਜ। ਇਹ ਵੀ ਦੇਖੋ ਕਿਸੇ ਨੇ ਥੱਲੇ ਗੰਦ ਮਾਵਾਂ ਦੇ ਨਾਲ ਆ ਜਾਂਦਾ, ਕਿਸੇ ਨੇ ਕੀ ਸੁੱਟਣਾ ਹੁੰਦਾ। ਇਹ ਅੱਜ ਵੀ ਡੇ ਵੇ। ਗੱਲ ਹੋ ਰਹੀ ਸੀ ਅੰਦਰ ਦੇ ਮੌਸਮਾਂ ਦੀ, ਅਤੇ ਆਪਣੇ ਅੰਦਰ ਦੇ ਮੌਸਮਾਂ ਨੂੰ ਜਿਹੜਾ ਨਾ ਜ਼ਰਾ ਦਰੁਸਤ ਰੱਖਿਆ ਕਰੋ, ਉਹ ਤੁਹਾਡੀ ਸਿਹਤ ਵਾਸਤੇ ਬੜਾ ਜ਼ਰੂਰੀ। ਅਗਰ ਅੰਦਰ ਦਾ ਮੌਸਮ ਤੁਸੀਂ ਖਰਾਬ ਕਰੋਗੇ ਨਾ, ਯਕੀਨ ਜਾਣੋ ਤੁਹਾਡੇ ਬਾਹਰ ਦੇ ਮੌਸਮਾਂ ਨੇ ਵੀ ਤੁਹਾਡੇ ਉੱਤੇ ਕੋਈ ਅਸਰ ਨਹੀਂ ਜੇ ਕਰਨਾ। ਇਸ ਗੱਲੇ ਆਪਣੇ ਆਪ ਨੂੰ ਜ਼ਰਾ ਖੁਸ਼ ਰੱਖਿਆ ਕਰੋ ਕਿ ਇਹ ਜਿਹੜੀਆਂ ਅੱਲਾ ਦੀਆਂ ਨਿਹਮਤਾਂ ਨੇ ਨਾ, ਜਿਹੜੀਆਂ ਅੱਲਾ ਦੀਆਂ ਖੂਬਸੂਰਤੀਆਂ ਨੇ, ਪਿਆਰੇ ਪਿਆਰੇ ਦਰਖਤ ਦੇਖੋ ਲੱਦੇ ਫੁੱਲਾਂ ਨਾਲ, ਲੱਦੇ ਨੇ ਸਬਜ਼ੀਆਂ ਨਾਲ, ਗਰੀਨਰੀਆਂ ਨਾਲ, ਐਨਾ ਤੋਬਾ। ਇਸੇ ਤਰ੍ਹਾਂ ਹੀ ਤੁਸੀਂ ਆਪਣੇ ਆਪ ਨੂੰ ਗਰੀਨ ਕਰ ਲਓ। ਗਰੀਨ ਰੰਗ ਜਿਹੜਾ ਨਾ ਉਹ ਬੜਾ ਠੰਡਾ ਹੁੰਦਾ, ਉਹ ਬੜਾ ਹੀ ਪਿਆਰਾ ਜਿਹਾ ਹੁੰਦਾ ਹੈ, ਬਹੁਤ ਹੀ ਤੁਹਾਨੂੰ ਸਕੂਨ ਪਹੁੰਚਾਉਂਦਾ, ਤੁਹਾਡੀਆਂ ਅੱਖਾਂ ਨੂੰ ਵੀ, ਤੁਹਾਡੀ ਰੂਹ ਨੂੰ ਵੀ, ਤੁਹਾਡੇ ਦਿਲ ਨੂੰ। ਅਤੇ ਤੁਸੀਂ ਵੀ ਅੰਦਰ ਜ਼ਰਾ ਨਾ ਆਪਣੇ ਆਪ ਨੂੰ ਗਰੀਨ ਕਰਿਆ ਕਰੋ, ਕਦੀ ਪਿੰਕ ਕਰਿਆ ਕਰੋ। ਇਹ ਦੇਖੋ ਮੇਰੇ ਪਿੰਕ ਫੁੱਲਾਂ ਵਗੈਰਾ, ਇਹ ਮੇਰਾ ਖਿਆਲ ਹੈ ਫੁੱਲ ਨੂੰ ਪਾਕਿਸਤਾਨ ਵਿੱਚ ਇਹਨੂੰ ਗੁਲੇ ਦਾਊਦੀ ਕਹਿੰਦੇ ਨੇ ਸ਼ਾਇਦ, ਆਈ ਡੋਂਟ ਨੋ, ਗੁਲੇ ਦਾਊਦੀ ਇਹਦਾ ਨਾਂ ਹੈ। ਅਗਰ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣਗੇ। ਐਡਾ ਐਡਾ ਵੱਡਾ ਫੁੱਲ ਜਿਹੜਾ ਉਹਨੂੰ ਗੁਲੇ ਦਾਊਦੀ ਕਹਿੰਦੇ ਨੇ ਨਾ ਪਾਕਿਸਤਾਨ ਵਿੱਚ। ਮੇਰੀ ਪੰਜਾਬੀ ਤੋਂ ਕੈਸਾ ਮਜ਼ਾ ਲੈ ਰਹੇ ਹੋ। ਮੈਂ ਅੱਜ ਕੱਲ੍ਹ ਪੰਜਾਬੀ ਵਲੌਗ ਵੀ ਸ਼ੁਰੂ ਕੀਤੇ ਨੇ, ਨਾਲ ਮੈਂ ਉਰਦੂ ਵੀ ਬੋਲ ਪੈਂਦੀ ਹਾਂ। ਅਤੇ ਅਸੀਂ ਗੱਲ ਕਰ ਰਹੇ ਸਾਂ ਮੌਸਮਾਂ ਦੀ, ਅੰਦਰ ਦੇ ਮੌਸਮਾਂ ਦੀ। ਆਪਣੇ ਮੌਸਮਾਂ ਨੂੰ ਜਿਹੜਾ ਨਾ ਉਹਨਾਂ ਦੇ ਵਿੱਚ ਦੁੱਖਾਂ ਨੂੰ ਦੂਰ ਕਰਦੇ। ਸਾਡੀਆਂ ਭੈਣਾਂ ਜਿਹੜੀਆਂ
ਕੁਝ ਬਹੁਤ ਦੁੱਖ ਫੀਲ ਕਰਦੀਆਂ, ਬੜਾ ਗਮ ਫੀਲ ਕਰਦੀਆਂ। ਔਰਤ ਜ਼ਾਤ ਜਿਹੜੀ ਹੈ ਉਹਨੂੰ ਅੱਲਾਹ ਤਾਲਾ ਨੇ ਬੜਾ ਸੈਂਸਿਟਿਵ ਬਣਾਇਆ। ਸੈਂਸਿਟਿਵਨੈਸ ਅੱਛੀ ਚੀਜ਼ ਹੈ, ਲੇਕਿਨ ਫਿਰ ਅਸੀਂ ਆਪਣੇ ਇਰਦ ਗਿਰਦ ਦੇ ਮਾਹੌਲ ਨੂੰ ਵੀ ਦੇਖ ਕੇ ਚੱਲਣਾ ਹੁੰਦਾ ਹੈ। ਤੁਹਾਡੇ ਘਰ ਵਾਲੇ ਅਗਰ ਤੁਸੀਂ ਗਮ ਵਿੱਚ ਹੋ ਤਾਂ ਉਹ ਡਿਸਟਰਬ ਹੋਣ ਲੱਗ ਪੈਂਦੇ। ਰੋਜ਼ ਰੋਜ਼ ਤੁਸੀਂ ਰੋਂਦੇ ਰਹੋਗੇ ਕਿਸੇ ਨੂੰ ਯਾਦ ਕਰਕੇ, ਕਿਸੇ ਦੀ ਜੁਦਾਈ ਨੂੰ, ਜਾਂ ਕਿਸੇ ਤਕਲੀਫ 'ਤੇ ਤੁਸੀਂ ਬਹੁਤ ਜ਼ਿਆਦਾ ਇਜ਼ਹਾਰ ਕਰੋਗੇ। ਅਗਰ ਤੁਸੀਂ ਬਿਮਾਰ ਹੋ ਜਾਂ ਕੁਛ, ਤਾਂ ਕੋਈ 1 2 4 ਦਿਨ ਕੋਈ ਤੁਹਾਡੇ ਦੁੱਖਾਂ 'ਚ ਮਤਲਬ ਤੁਹਾਡਾ ਸਾਂਝ ਕਰੇਗਾ, ਬਾਕੀ ਫਿਰ ਉਹ ਬਾਜ਼ਾਰ ਹੋ ਜਾਣਗੇ, ਰੂਟੀਨ ਬਣ ਜਾਏਗੀ ਉਹਨਾਂ ਦੀ। ਇਸ ਲਈ ਗਰੀਨ ਰਿਹਾ ਕਰੋ, ਪਿਆਰੇ ਪਿਆਰੇ ਬਣ ਕੇ ਰਿਹਾ ਕਰੋ, ਸੋਹਣਾ ਲੱਗਦਾ ਬੰਦਾ ਇਸ ਤਰ੍ਹਾਂ। ਅਸਾਂ ਢੋਕ ਪੁਨਨ ਦੀ ਜਾਨਾ, ਅਸਾਂ ਰੁੱਠ ਰਾ ਯਾਰ ਮਨਾਨਾ, ਅਸਾਂ ਰੁੱਠ ਰਾ ਯਾਰ ਮਨਾਨਾ, ਮਨਾਨਾ ਅਸਾਂ ਢੋਕ ਪੁਨਨ ਨੂੰ ਜਾना। ये मेरी अम्मी जी गाया करते थे, बड़े मज़े से ना। मेरी अम्मी जी की वही आवाज़ बड़ी खूबसूरत थी, बहुत खूबसूरत आवाज़ थी मेरी अम्मी जी की। लेकिन आपको पता है कि बड़ी बड़ी खूबसूरत आवाज़ें ख़ानदानी लोगों की, लड़कियों की ज़ाया हुई हैं। आजकल तो खैर हम देखते हैं कि लोग इसको अपॉर्चुनिटी की तरह लेते हैं, जिसकी आवाज़ अच्छी है वालिदैन उसका साथ दे रहे होते हैं, और ये एक नेमतें ही हैं जो अल्लाह पाक आपको अता करते हैं। और अगर आप उसका साथ देते हैं, उसको पॉलिश करने में, उसको मशहूर करने में वालिदैन और बहन भाई साथ हैं, तो ये बड़ी अच्छी बात है। मैं तो समझती हूँ कि जो अल्लाह पाक ने गिफ्ट दिया है किसी को, उस गिफ्ट को ज़ाया नहीं होना चाहिए। हम लोगों को भी शुक्र अल्हम्दुलिल्लाह, और हर बंदे को अल्लाह पाक ने गिफ्ट दिए होते हैं। ये गिफ्टों को निकालना और उसको चमकाना ये इंसान का काम है। बहुत से लोग गमे दौरा, गमे रोज़गार में बह जाते हैं, और फिर वो सारे गिफ्ट जो अल्लाह ने उसको दिए होते हैं, जो उसके जमालियाती हिस्स में होते हैं, क्योंकि अल्लाह पाक ने खुद कायनात बनाई है इतनी खूबसूरत, और इतनी खूबसूरत दुनिया में अल्लाह ने मखलूक पैदा किया, अशरफुल मखलूकात इंसान। तो ये चीज़ें भी अल्लाह ने उसके अंदर डाली। देखे परिंदों के अंदर भी हैं, ये बुलबुल की कहते हैं आवाज़ बड़ी अच्छी होती है, कू कू करती है। और मोर जब डांस करता था, वो पीछे पर जो अपने पूरे कर देता है, तो कितना खूबसूरत मंजर होता है। इसी तरह इंसानों के अंदर, किसी के अंदर डांस करने की सलाहियत होती है, वो डांस बहुत पसंद करता है, ख्वाह मर्द भी हों, ख्वाह लड़कियां औरतें भी हों। इसी तरह कुछ लोगों को आवाज़ का जादू अल्लाह ने दिया होता है, जिससे वो फ़ायदा उठाते हैं। आजकल तो फ़ायदा उठा रहे हैं, पहले तो मुआशरा ज़रा तंग नज़र था। मैंने आपको बताया था ना व्लॉग में कि फ़िल्म देखना इतना महजूब समझा जाता है एक औरत के लिए। औरतों के लिए ज़्यादा मुसीबतें थी, लेकिन आज हम देख रहे हैं कि औरतों को वालिदैन की पुश्त बनाई हासिल है, बच्चियों को, और वो हर चीज़ में, हर मैदान में आगे जा रही हैं, इज्जत से अपनी हया को बरकरार रखते हुए। कामयाब बच्ची या औरत वही है जो अपनी हया को भी कामयाब हिफाजत करे, और साथ अपनी मंजिल तक भी पहुँचे, अचीवमेंट करे। तो आजकल नहीं तो मुआशरे के बिगाड़ की वजह से हमने देखा है कि बहुत सी लड़कियां हया को बरकरार नहीं रख पाती, फिर वो पीछे रह जाती हैं। अपनी हया को, अपनी शर्म को, अपनी शर्मगाहों को अल्लाह पाक ने भी फरमाया कुरान पाक में, मुसलमान मर्द और मुसलमान औरतों को उनकी अपनी शर्मगाहों की हिफाजत करने का हुक्म दिया। तो इसमें कोई शर्म की बात नहीं है अगर हम समझाते हैं इस तरह, तो क्योंकि मेरे अल्लाह को
اللہ نہیں شرماتے یہ بات کرتے ہوئے جس نے انسان بنایا، تو انسان کیوں شرماتا ہے؟ یہ ایک عجیب سا ماحول تھا اور ابھی بھی ہے، لیکن شکر الحمدللہ ابھی ٹوٹ رہی ہیں وہ چیزیں، وہ جو ایک اندھیرے تھے لوگوں کے اندر، جو سماج نے ایویں دیواریں کھڑی کی ہوئی تھیں، وہ ٹوٹ رہی ہیں۔ لیکن یہ ٹوٹتے ہوئے اس چیز کو کبھی بھی اگنور نہ کیجیے گا کہ عزت، شرافت اور اپنی حفاظت کرنا، اور مرد عورت کے لیے شرم گاہوں کی حفاظت کرنا، یہ چیزوں کو کبھی نہ بھولیے گا جب بھی معاشرہ کروٹ لے چکا ہے، کافی حد تک وہ لے رہا ہے، تو اپنی ان اقدار کو جو قدرت نے آپ کو منع فرمائی ہیں۔ دیکھیں ایک زمانہ آپ کو، اور زمانے میں بھی جو ویلیوز ہیں وہی قدرتی کی ویلیو جو ہیں وہ زمانے نے اپنائی ہوتی ہیں، کہ عورت کی عصمت، اور عورت کی عصمت نہیں ہے بلکہ مرد کی بھی عصمت ہوتی ہے، قرآن یہ فرماتا ہے۔ تو یہ بہت ضروری ہے کہ اپنے آپ کی حفاظت کریں اور حفاظت کرتے ہوئے آگے بڑھیں، عورت بھی مرد بھی، لڑکی بھی لڑکا بھی۔ لڑکے بعض اوقات سپائل ہو جاتے ہیں، غلط گروپ میں چلے جاتے ہیں جہاں ان کے ساتھ اچھا نہیں ہو رہا ہوتا، وہ گروپ اچھا نہیں ہوتا، وہ اپنی شرم گاہوں کی حفاظت نہیں کر پا رہے ہوتے، وہ آپس میں غلط طریقے سے آگے بڑھ رہے ہوتے ہیں، اور وہ ایک گندگی معاشرے کو گندا کر رہی ہوتی ہے۔ اس لیے جب بھی کوئی بھی سسٹم بدل رہا ہو تو سسٹم میں یہ جو قدرت نے ہمارے لیے حدیں مقرر کی ہیں، ان حدوں کو کبھی بھی ٹوٹنے نہ دیں، پامال نہ ہونے دیں، ان حدوں کو مضبوطی سے پکڑیں۔ ترقی جو ہے وہ کوئی ان حدوں کو توڑ دینے سے نہیں ہے، اس کا نام ترقی نہیں۔ ترقی کا نام ہے آپ اپنے ذہن کو کشادہ کریں، اس میں روشنی بھریں۔ لڑکیاں جو پڑھنا چاہتی ہیں، جو اچیو کرنا چاہتی ہیں وہ اچیو کریں، لڑکے جو اچیو کرنا چاہتے ہیں اچیو کریں، لیکن ان حدود کو توڑ کر نہیں جو اللہ پاک نے بھی کر دی ہیں، اور آپ پہ معاشرہ بھی ان ویلیوز کی پابندی لگاتا ہے۔ معاشرے میں، سماج میں ان عورتوں کو، ان مردوں کو، ان لڑکوں کو کبھی اچھا نہیں سمجھا جاتا جو اپنی ان حدوں کو توڑ بیٹھتے ہیں۔ آج کل انفارچونیٹلی بدقسمتی سے یہ ہو گیا ہے کہ کچھ ملکوں میں مرد کا اختلاط جو ہے اس کو قانونی شکل دے دی گئی ہے۔ جو تیسری ایک سمجھیں دو مخلوق ہیں، اور تیسری مخلوق جو ہے وہ اللہ نے بنائی ہوتی ہے، اور اس کو قانونی شکل دینا بہترین ہے، دینی چاہیے۔ لیکن جب مرد سے اختلاط کرے اور عورت سے کرے تو یہ چیز کو قانون کی شکل نہیں دینی چاہیے تھی۔ انفارچونیٹلی یہ ہو گیا ہے، وہ ہو بھی رہا ہے۔ جو ملک بچے ہوئے ہیں اس عذاب سے، ادھر بھی پریشر ڈالا جا رہا ہے، اپنے ٹاؤٹ NGOs کے ذریعے چھوڑے گئے ہیں، لوگوں کو خریدا جاتا ہے اور ان کو پیسے دیے جاتے ہیں تاکہ وہ ملک میں ایک بے راہ روی کا سامان پیدا کریں۔ وہ بے راہ روی جو آپ کی اللہ کی کہی ہوئی حدود کو توڑتی ہیں، اس کو بے راہ روی کہا جاتا ہے۔ بے راہ روی یہ نہیں ہے، میں یہ ذرا اس کو بھی کلیئر کروں کہ ایک لڑکی اگر جا رہی ہے، اس نے گلے میں دوپٹہ ڈالا ہوا ہے، یا وہ پوری کورڈ ہے اور اس نے دوپٹہ نہیں لیا ہوا، تو یہ بے راہ روی نہیں ہے، اور شرافت سے وہ اپنا کام کر رہی۔ بے راہ روی یہ ہے کہ جو اپنی راہ سے، اپنی حدود سے، جو اللہ پاک نے فرمائیاں حدیں مقرر کی ہوئی ہیں، جو سماج بھی آپ پہ لگاتا ہے، ان کو توڑ دے، وہ راہ سے ہٹ جائے، تو وہ ہے بے راہ روی، کہ اپنی راہ سے ہٹ جانے والا، بھٹک جانے والا۔ خیر اللہ پاک، اور اللہ نے تو ہمیں دیکھے، میں جب لوگ کہتے ہیں اللہ ہمیں ہدایت دے، بالکل اللہ ہدایت دینے والا ہے، اللہ ہماری مدد فرمائے، بالکل اللہ مدد فرمانے والا ہے،
لیکن اس چیز کو کبھی نہ بھولیں کہ اللہ تعالیٰ آپ کو سب کچھ بتا چکے ہیں. انہوں نے آپ کو قرآن میں ایک ایک چیز بتا دی ہے. یہ جو لوگ کہتے ہیں اس سے مجھے سخت اختلاف ہے کہ اللہ دی مرضی نہیں ہے، مرضی انسان کی ہوتی ہے. کیونکہ اللہ نے آپ کو سب کچھ بتا دیا ہے. آپ سارا کچھ قرآن کھولیں، ہر چیز لکھی ہوئی ہے اس میں. پھر تحقیق کریں حدیثوں سے. آپ کو جو قرآن کے ساتھ چلتی ہوئی ایکسپلین کرتی ہوئی حدیثیں نظر آتی ہیں، آپ کو سب سمجھ آ جاتی ہیں. اور قرآن خود بڑا ایزی ہے، ترجمے سے پڑھیں. قرآن خود ایزی ہے، بہت زیادہ ایزی ہے. اور جہاں کوئی واقعہ ہے یا کوئی واقعات ہیں تو اس کو مزید ایکسپلین کرنے کے لیے جو علماء کرام ہیں انہوں نے قرآن کے ساتھ ساتھ ہی تفسیر بھی بتا دی ہے کہ اس واقعے کی وجہ سے یہ صورت اتری. تو اس لیے قرآن بہت ایزی ہے. قرآن کو ترجمے سے پڑھیں اور ان حدود پہ قائم رہیں جو اللہ پاک نے فرمائی ہیں. باقی یہ تو 1400 سال سے بنا ہوا قرآن ہے اور اس کے بعد قیامت تک چلنا ہے. تو یہ قرآن نے ہر زمانے کے ساتھ چلنا ہے، لیکن آپ نے حدود کو بس برقرار رکھنا ہے. باقی اللہ پاک نے آپ پہ کوئی بندشیں نہیں لگائیں. اسلام بندشوں کا نام نہیں ہے، یہ بھی میں بتا دوں. اپنی حدود کو قائم رکھیں، جو اللہ نے حد مقرر کر دی ہیں ان کو قائم رکھیں. لمبی بات تو نہیں ہو گئی؟ بات سے بات نکلتی ہے اور چلتی جاتی ہے. ایسا ہی کچھ میرے ساتھ بھی ہے. لو جی ذرا جا رہے ہیں فضا جانو اور میں ایک سٹور پہ جا رہے ہیں. سٹور پہ ایک تو چیزیں لینی تھی تو میں نے کہا فضا چلو میں بھی ساتھ چلتی ہوں نا، کیونکہ آج ہماری دعوت کی ہی ہے ہمارے ہمسایوں نے نا. ادھر یہ جو اقرا عادل ہیں انہوں نے ہمیں کہا کہ آئیں ذرا بیٹھیں ہیں، شام کو گپ شپ لگاتے ہیں، ساتھ کھانا کھونا کھاتے ہیں. تو میں نے کہا چلو ٹھیک ہے. سب نے کہا چلو چلے چلتے ہیں. انہوں نے پیار سے بلایا ہے تو آج ادھر ذرا جانا ہے. شام کو ہمارا رات کا ہے، ابھی کا نہیں ہے، شام کا ہے. تو بس میں نے کہا کہ کوئی ایک چیز ادھر سے لے لوں. سنی سے نا، سنی کو جا رہے ہیں ہم لوگ. ابھی دھوپ تو ہے بڑی، گرمی بھی ہے. صحیح کہا ہے فضا، گرمی بھی ہے ساتھ. چلو کوئی نہیں، یہاں کی گرمی اتنی نہیں بری لگتی. لاہور میں تو کہتے ہیں بڑی بارش ہوئی ہے. ابھی میرے بھائی سے بات ہو رہی تھی تو وہ بتا رہے تھے کہ بہت بارش ہوئی. میں نے کہا شکر کریں گرمی کا زور ٹوٹا کچھ. اے درخت فضا دیکھ کڈا پھیلا ہے نا، اے سارا سٹرابریاں دا ہی. ہاں یہ دیکھو جی آئے ہوئے ہیں گوا، ایجپٹ کے ہیں. 499 کے پاؤنڈ. اتنا مہنگا، بہت مہنگا ہے جی. چلو ادھروں لے لو. پھر کی لینا ہے؟ ٹماٹر ہاں کل میں نے خریدے تھے. ہم لوگ جا رہے تھے، میں نے کہا تھا نا کہ ساتھ والوں کے یہاں ذرا چائے پانی ہے، کچھ دعوت ہے تھوڑی سی. تو ادھر جا رہے ہیں، تیار ہو گئے ہیں. اب میں کہہ رہی تھی کہ فضا تیار ہو کے آ گئے، پھر ہم نکلیں اور گپ شپ لگائیں. کیونکہ ادھر کا یہ ہے نا ذرا وہ لوگ کیمرہ کانشیس ہیں، تو وہ کیمرہ جو ہے نا پسند نہیں کرتے. تو اس وجہ سے ادھر تو ولاگ نہیں بنے گا. اور میں سمجھتی ہوں کہ ابھی آپ کے ساتھ خدا حافظ کر لوں. ان شاء اللہ تعالیٰ زندگی رہی تو پھر ایک نئے ولاگ اور نئے دن کے ساتھ حاضر خدمت ہوں گے. یہ اسد صاحب بادشاہ اعظم بن کے پڑے ہوئے ہیں. السلام علیکم بھی اور ٹاٹا بھی. ٹاٹا بھی السلام علیکم. لوگ بہت مس کر رہے ہیں آپ کو کہ آپ کی اور میری کوئی گپ شپ نہیں ہو رہی. نہیں وہ سیزن شروع ہو گیا ہے نا، اس میں ذرا بزی ہو گئے. ہاں وہ سوچ رہے ہیں کہ جو آپ شوگر لگاتے ہیں دونوں مل کے مذاق کرتے ہیں اسد صاحب، اور آپ آگے سے سیریس ہوتی ہیں اور یہ وہ، تو وہ مزہ آتا ہے ذرا. تو ہاں تو وہ والی جو چیز ہے وہ بھی نہیں ہو پا رہی کیونکہ جب آپ ذرا بزی ہیں. اور ان شاء اللہ تعالیٰ زندگی رہی تو ہر چیزیں ہوتی رہیں گی. اللہ پاک زندگی دے آپ کو بھی ہمیں بھی. اور شاہ بابا جانو تو خدا حافظ کر چکے ہیں. تخت طاؤس پہ آپ کو پتہ ہے آرام فرما رہے ہیں، تو ان کو ہم تکلیف نہیں دیتے زیادہ. اور آپ سے بھی کافی باتیں میں نے آج سارا دن کل دکھایا بھی آپ کو
सारा कोई ग्रॉसरी करने गए, वो भी दिखाया सनी में। तो बस यही कहूँगी कि अच्छी अच्छी चीज़ों के साथ खुदा हाफिज करती हूँ आपको। आप भी सलामत रहें, सेहत तंदुरुस्ती के साथ, ज़िंदगी के साथ, अच्छी सोचों के साथ, मुस्बत पॉजिटिव दिमाग को ओपन रखें। और हमारा इस्लाम जो है वो कंजस्टेड नहीं है, ना तंग है, वो खुली आपको खुला व्यू देता है, सोच विचार फिक्र गौर व फिक्र देता है आपको। तो गौर व फिक्र करना अच्छी बात है, लेकिन बेकार चीज़ों पे नहीं, अपनी लाइफ के ऊपर, अपने इर्द गिर्द के माहौल के ऊपर, और अपने मकसद ज़िंदगी के ऊपर कि हमारी ज़िंदगी का मकसद क्या है। ये मोए जानू भी देखे ना आगे माशाल्लाह माशाल्लाह माशाल्लाह। आज मॉडलिंग हो रही है, फोटोशूट? हाँ, मैंने नहीं खुदा हाफिज कर रही हूँ। मैंने कहा अभी वो साथ वालों के घर जाना है, फिर उधर ज़रा वो कैमरा कॉन्शियस है ना, तो हाँ इसलिए उधर से तो कुछ नहीं बनेगा, तो मैं इधर ही अल्लाह हाफिज कर देती हूँ। मानो सोने जो है जी नहा धो के आ गए, तैयार हो गए। अब बस ये भी कुछ खाएगा मेरा ख्याल, रात को ये थोड़ा सा लेता है कुछ ना कुछ। क्या खा रहे हो मोइज़? पिज़्ज़ा कुछ बना गई हो? कबाब बनाए हैं, देखूँ ज़रा। हाँ, ये बने कबाब मोए जानू के रात का डिनर। साथ कोई सैलड वगैरह नहीं लेना, कोई फल वगैरह लोगे शायद। कैसे होते हैं? बड़े मज़े के हैं, खा के देखो। तो मैं आपसे इजाज़त लेती हूँ, इंशाल्लाह ताला कल एक नए व्लॉग के साथ नई बातें, नई मुलाकातें होंगी। अल्लाह ने चाहा तो, मेरे रब का हुक्म हुआ। अल्लाह हाफिज़।